ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 14ਵਾਂ। ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਸਤਿਗੁਰੂ ਸਮਝਾਉਂਦੇ ਆ ਨਵੇਂ ਪਾਤਸ਼ਾਹ, ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਸਤਿਗੁਰੂ ਸਮਝਾਉਂਦੇ ਨੇ ਉਹ ਗੁਰਸਿੱਖਾਂ ਬਾਰੇ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਸਿਰ ਨੀਵਾਂ ਕਰਕੇ ਰੱਖਦੇ ਨੇ, ਗੁਰ ਸ਼ਬਦ ਗੁਰੂ ਦੇ ਗਿਆਨ ਦੇ ਅੱਗੇ ਸਿਰ ਨਹੀਂ ਚੱਕਦੇ, ਉਹਨਾਂ ਦੀ ਅਵਸਥਾ ਬਾਰੇ ਸਤਿਗੁਰੂ ਸਮਝਾਉਂਦੇ ਨੇ। ਉਹ ਆਪਦੀ ਉਸਤਤ ਨਹੀਂ ਕਰਾਉਂਦੇ। ਕਿਹਦੀ ਉਸਤਤ ਕਰਦੇ ਨੇ? ਕੁਦਰਤ ਦੀ ਉਸਤਤ ਕਰਦੇ ਨੇ, ਕਿਉਂਕਿ ਕੁਦਰਤ ਨੇ ਸਾਰਾ ਕੁਝ ਸਾਜਿਆ ਵਾ। ਪਰ ਸੱਚ ਦੇ ਗਿਆਨ ਤੋਂ ਬਿਨਾਂ ਅਸੀਂ ਕੁਦਰਤ ਦੀ ਉਸਤਤ ਨਹੀਂ ਕਰ ਸਕਦੇ। ਸਾਨੂੰ ਸੱਚ ਬਾਰੇ ਗਿਆਨ ਹੀ ਨਹੀਂ, ਸੱਚ ਨੂੰ ਅਸੀਂ ਜਾਣਦੇ ਹੀ ਨਹੀਂ। ਜੋ ਸਾਨੂੰ ਦਿਖ ਰਿਹਾ ਅਸੀਂ ਉਹਦੀ ਉਸਤਤ ਕਰਦੇ ਹਾਂ। ਮਨ ਦਾ ਸੁਭਾਅ ਵਾ, ਵਡਿਆਈ ਚਾਹੁੰਦਾ ਵਾ, ਵੱਡਾ ਬਣਨਾ ਚਾਹੁੰਦਾ ਵਾ, ਪਰ ਜਦੋਂ ਇਹਨੂੰ ਸੱਚ ਦੇ ਗਿਆਨ ਤੋਂ ਸਮਝ ਆ ਜਾਂਦੀ ਹੈ ਫਿਰ ਇਹ ਜਿਹੜਾ ਹੈਗਾ ਝੂਠ ਨੂੰ ਛੱਡ ਜਾਂਦਾ ਵਾ। ਹੁਣ ਝੂਠ ਕਿਵੇਂ ਛੱਡੀਏ ਆਪਾਂ? ਸੱਚ ਦੇ ਗਿਆਨ ਤੋਂ ਬਿਨਾਂ ਕਿਵੇਂ ਛੱਡਾਂਗੇ ਆਪਾਂ? ਅਸੀਂ ਤਾਂ ਗੁਰੂ ਨੂੰ ਹੀ ਉਪਦੇਸ਼ ਕਰਨ ਲੱਗ ਗਏ। ਗੁਰੂ ਘਰਾਂ ਦੇ ਵਿੱਚ ਜਾ ਕੇ ਵੀ, ਜਿੱਥੇ ਦੀਵਾਨ ਵੀ ਸਜਾਏ ਜਾਂਦੇ ਆ ਜਾਂ ਕੀਰਤਨ ਦਰਬਾਰ ਹੁੰਦੇ ਨੇ, ਜਿੱਥੇ ਵੀ ਗੁਰੂ ਭਗਤ ਸਾਹਿਬਾਨਾਂ ਦਾ ਜਸ ਹੁੰਦਾ ਵਾ, ਬਾਣੀ ਦਾ ਜਸ ਹੁੰਦਾ ਹੈ, ਕਰਤੇ ਪੁਰਖ ਦਾ ਜਸ ਹੁੰਦਾ ਹੈ, ਉੱਥੇ ਅਸੀਂ ਗੁਰ ਸ਼ਬਦ ਕਰਨੀ ਧਿਆਨ ਰੱਖਣਾ ਵਾ। ਉਹੀ ਗੁਰਸਿੱਖ ਹੈ। ਬਾਣੀ ਉਹਨੂੰ ਹੀ ਗੁਰਸਿੱਖ ਮੰਨਦੀ ਹੈ। ਸਰੀਰ ਕਰਕੇ ਤਾਂ ਅਸੀਂ ਪੂਰਨ ਹੋ ਜਾਂਦੇ ਹਾਂ, ਸਰੀਰ ਕਰਕੇ ਤਾਂ ਸਾਰੇ ਧਰਮ ਪੂਰੇ ਮੰਨਦੇ ਨੇ। ਧਰਮ ਬਾਰੇ ਤਾਂ ਸਾਨੂੰ ਹਲੇ ਗਿਆਨ ਹੀ ਨਹੀਂ ਹੈ। ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਝੂਠ ਦਾ ਪਸਾਰਾ ਵਾ। ਗੱਲ ਕਰੇ ਇਮਾਨ ਦੀ, ਬੇਈਮਾਨ ਵੇ ਲਾ ਲਓ। ਗੱਲ ਇਮਾਨ ਦੀ ਕਰਦਾ ਹੈ ਮਨ, ਇਮਾਨ ਦੀ ਗੱਲ ਕਰਦਾ ਹੈ, ਪਰ ਮਨ ਬੇਈਮਾਨ ਹੈ, ਬਾਣੀ ਮੰਨਦੀ ਨਹੀਂ ਹੈਗੀ। ਮਨ ਸ਼ੈਤਾਨ ਹੈ, ਮਨ ਦੇ ਅੰਦਰ ਸ਼ੈਤਾਨੀ ਪੈਦਾ ਹੁੰਦੀ ਰਹਿੰਦੀ ਹੈ। ਕਦੋਂ ਸ਼ੁਰੂ ਹੁੰਦੀ ਆ? ਉਹ ਆਪਾਂ ਸਾਰੇ ਮਿਲ ਕੇ ਵਿਚਾਰੀਏ ਇਹ ਅਵਸਥਾ 'ਚ ਕਦੋਂ ਪਹੁੰਚਾਂਗੇ ਅਸੀਂ? ਸਾਡੇ 'ਤੇ ਕਦੋਂ ਕਿਰਪਾ ਰਹਿਮਤ ਹੋਊ ਕੁਦਰਤ ਦੀ? ਅਸੀਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਹੈ, ਤਾਂ ਹੀ ਅਸੀਂ ਗੁਰੂ ਕੇ ਸਿੱਖ ਹੈ। ਸਤਿਗੁਰੂ ਸਮਝਾਉਂਦੇ ਨੇ, ਆਨੰਦ ਸਾਹਿਬ ਦੀ ਬਾਣੀ ਆਪਾਂ ਲੈ ਲੈਂਦੇ ਹਾਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਦੁਆਪੁਰ ਗਰਭ ਦੇ ਵਿੱਚੋਂ ਜੀਵ ਜਨਮ ਲੈ ਕੇ ਬਾਹਰ ਆ ਜਾਂਦਾ ਹੈ, ਆ ਸਰੀਰ ਮਾਇਆ ਇਹਦੀ ਤ੍ਰਿਸ਼ਨਾ ਲੱਗ ਜਾਂਦੀ ਹੈ, ਭੁੱਖ ਲੱਗਦੀ ਹੈ। ਬੱਚਾ ਰੋਂਦਾ ਜਦੋਂ ਹੁਕਮ ਨਾਲ ਟੁੱਟਦਾ, ਬਹੁਤ ਰੋਂਦਾ ਵਾ, ਪਰ ਸਾਨੂੰ ਇਹਦਾ ਗਿਆਨ ਨਹੀਂ ਹੁੰਦਾ। ਕਿਉਂ ਰੋਂਦਾ? ਅਸੀਂ ਕਹਿੰਦੇ ਹਾਂ ਵੀ ਰੋਣਾ ਚਾਹੀਦਾ, ਡਾਕਟਰ ਵੀ ਕਹਿੰਦੇ ਰੋਣਾ ਚਾਹੀਦਾ। ਜੇ ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲਈਏ, ਕਬੀਰ ਜਬ ਹਮ ਆਏ ਜਗਤ ਮੇਂ ਜਗ ਹਸਾ ਹਮ ਰੋਏ, ਐਸੀ ਕਰਨੀ ਕਰ ਚੱਲੇ ਹਮ ਹਸੇ ਜਗ ਰੋਏ। ਜਨਮ ਵੇਲੇ ਅਸੀਂ ਰੋਏ ਸੀ, ਪਰ ਹੁਣ ਹੱਸਣਾ ਵਾ, ਹੱਸਦਿਆਂ ਨੇ ਜਾਣਾ। ਹੱਸ ਤੋ ਆਵੇ ਸੋ ਰੋਤੋ ਜਾਵੇ। ਇਹ ਵੀ ਭਗਤ ਕਬੀਰ ਦਾ ਸ਼ਲੋਕ ਆਪਾਂ ਅੱਗੇ ਲਵਾਂਗੇ। ਉਦੋਂ ਮਨ ਦੇ ਅੰਦਰ ਸ਼ੈਤਾਨੀ ਪੈਦਾ ਹੋ ਜਾਂਦੀ। ਜਦੋਂ ਅੱਖਾਂ ਖੁੱਲ੍ਹਦੀਆਂ ਨੇ, ਸਾਡੇ ਸੰਸਾਰੀ ਰਿਸ਼ਤੇ ਕਾਇਮ ਹੋ ਜਾਂਦੇ ਨੇ। ਹੌਲੀ ਹੌਲੀ ਹੁਕਮ ਨੂੰ ਟੁੱਟਦਾ। ਹੁਕਮ ਨੇ ਨਹੀਂ ਛੱਡਿਆ, ਹੁਕਮ ਤਾਂ ਪਾਲਕ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਸਾਰਿਆਂ ਦੀ ਪਾਲਣਾ ਕਰਦਾ ਹੈ। ਹਵਾ, ਪਾਣੀ, ਅਗਨੀ, ਇਹ ਸਾਰਾ ਕੁਛ ਤਾਂ ਕੁਦਰਤ ਨਹੀਂ ਸਾਜਿਆ ਸਾਡੀ ਖਾਤਰ। ਸ੍ਰਿਸ਼ਟ ਕਾ ਮੂਲ ਰਚਿਆ ਤਾਂ ਤੂੰ ਜਗ ਮੈਂ ਆਇਆ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ। ਐਡੀ ਵੱਡੀ ਸ੍ਰਿਸ਼ਟੀ ਦਾ ਉਹਨੇ ਮੂਲ ਰਚਿਆ, ਕੁਦਰਤ ਨੇ, ਤਾਂ ਹੀ ਅਸੀਂ ਜਨਮ ਲਿਆ, ਪਰਿਵਾਰ ਭਲਾ ਪਾਇਆ। ਹੁਕਮ ਤੋਂ ਬਿਨਾਂ ਜਨਮ ਨਹੀਂ ਹੁੰਦਾ, ਹੁਕਮ ਤੋਂ ਬਿਨਾਂ ਅਸੀਂ ਜਾ ਨਹੀਂ ਸਕਦੇ, ਚਾਹੇ ਕਿੱਡਾ ਵੱਡਾ ਵੀ ਕੋਈ ਬਣ ਜਾਵੇ। ਉਹੀ ਆਪਾਂ ਅੱਗੇ ਵਿਚਾਰ ਕਰਨੀ ਹੈ। ਸ਼ੈਤਾਨ ਕਦੋਂ ਬਣ ਜਾਂਦਾ? ਜਿਵੇਂ ਜਿਵੇਂ ਸੰਸਾਰੀ ਰਿਸ਼ਤੇ ਪੈਦਾ ਹੁੰਦੇ ਜਾਂਦੇ ਆ, ਜੈਸੀ ਨੂੰ ਗਾਂ ਸੰਗਤ ਮਿਲ ਜਾਂਦੀ ਹੈ। ਕਬੀਰ ਮਨ ਪੰਖੀ ਪਿਓ ਦਹਿਦ ਸੁੱਟ ਜਾਏ। ਮਨ ਉੜਦਾ ਫਿਰਦਾ ਵਾ, ਜਿਹੋ ਜਿਹੀ ਨੂੰ ਸੰਗਤ ਮਿਲਦੀ ਆ ਉਹੋ ਜਿਹੀ ਸ਼ੈਤਾਨ ਬਣ ਜਾਂਦਾ ਹੈ। ਜੇ ਭਾਗਾ ਨਾ ਕਿਤੇ ਗੁਰਸ਼ਬਦ ਦੀ, ਗੁਰਮੁਖਾਂ ਦੀ ਸੰਗਤ ਮਿਲ ਜਾਵੇ ਤਾਂ ਇਹ ਪਾਰ ਨਿਕਲ ਜਾਂਦਾ ਹੈ। ਬੁਰਾਈਆਂ ਕੰਨੀ ਨੂੰ ਵੀ ਓਨੀ ਸਪੀਡ ਨਹੀਂ ਜਾਂਦਾ ਹੈ। ਜਦੋਂ ਸੱਚ ਦਾ ਗਿਆਨ ਹੁੰਦਾ ਹੈ, ਆਪਦੇ ਘਰ ਨੂੰ ਵੀ ਓਨੀ ਸਪੀਡ ਨਹੀਂ ਜਾਂਦਾ। ਆਓ ਸਾਰੇ ਮਿਲ ਕੇ ਵਿਚਾਰੀਏ, ਅਸੀਂ ਕਦ ਪਹੁੰਚਾਂਗੇ ਇਹ ਅਵਸਥਾ 'ਤੇ? ਸਾਡੀ ਇਹ ਅਵਸਥਾ ਤਾਂ ਹੈ ਹੀ ਨਹੀਂ। ਅਸੀਂ ਤਾਂ ਗੁਰੂ ਨੂੰ ਉਪਦੇਸ਼ ਕਰਨ ਲੱਗੇ ਤਾਂ ਨਹੀਂ ਇਹ ਸਾਡੀ ਅਵਸਥਾ ਹੈਗੀ। ਅਸੀਂ ਸੁਣਨੀ ਹੈ ਬਾਣੀ,
ਸੁਣ ਕੇ ਸਾਨੂੰ ਜੋ ਗਿਆਨ ਪੈਦਾ ਹੋਊਗਾ, ਫਿਰ ਮਨ ਨੇ ਟਿਕਣਾ, ਫਿਰ ਇਹਨੂੰ ਪੜ੍ਹਨਾ ਵਿਚਾਰਨਾ, ਫਿਰ ਖੋਜ ਸ਼ੁਰੂ ਹੋਣੀ ਹੈ ਸਾਡੀ। ਹਾਲੇ ਤਾਂ ਸਾਨੂੰ ਸਮਝ ਹੀ ਨਹੀਂ ਆਈ ਹੈਗੀ। ਅਸੀਂ ਤਾਂ ਆਪਦੀ ਬੁੱਧੀ ਨਾਲ ਇਹਦੇ ਅਰਥ ਕਰੀ ਜਾਂਦੇ ਹਾਂ। ਮੰਗਦੇ ਕੀ ਆ? ਮਾਇਆ। ਨਾਮ ਦੀ ਕੀਮਤ ਮਾਇਆ। ਬਾਣੀ 'ਚ ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ, ਨਾਨਕ ਨਾਮ ਅਮੋਲ। ਪਰ ਅਸੀਂ ਸੱਚ ਦੇ ਗਿਆਨ ਤੋਂ ਬਿਨਾਂ ਅੰਨੇ ਹਾਂ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਸੁਣੰਦਾ ਕੈਸੇ ਮਾਰਗ ਪਾਵੇ, ਅੰਨਿਆ ਮਨਾ ਸੁਣ ਲੈ ਤੇਰਾ ਸੰਸਾਰ 'ਚੋਂ ਛੁਟਕਾਰਾ ਹੋ ਜਾ। ਸੁਣਨ ਨਾਲੇ ਸਾਡਾ ਐਡਾ ਫਾਇਦਾ ਹੋਣਾ ਵਾ, ਸਾਨੂੰ ਮੁਕਤੀ ਮਿਲ ਜਾਣੀ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ। ਸੁਣੀਏ ਦੁੱਖ ਪਾਪ ਕਾ ਨਾਸ। ਸੁਣਨ ਨਾਲ ਬਾਣੀ, ਸਮਝਣ ਨਾਲ ਬਾਣੀ, ਵਿਚਾਰਨ ਨਾਲ ਬਾਣੀ, ਸਾਡੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਣਾ। ਇਹ ਸੰਸਾਰ ਇੱਕ ਸੰਕਟ ਹੈ, ਜੰਮਣਾ ਮਰਨਾ ਸੰਕਟ ਹੈ। ਇਹੀ ਔਖੀ ਘੜੀ ਹੈ। ਜਨਮ ਵੇਲੇ ਵੀ ਔਖੀ ਘੜੀ ਹੈ, ਜਾਣ ਵੇਲੇ ਵੀ ਔਖੀ ਘੜੀ ਹੈ। ਜਾਣ ਨੂੰ ਕਿਸੇ ਦਾ ਜੀਅ ਨਹੀਂ ਕਰਦਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣਾ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਕਿਸੇ ਦਾ ਜਾਣ ਨੂੰ ਜੀਅ ਨਹੀਂ ਕਰਦਾ। ਅੱਖੀਂ ਵੇਖ ਨਾ ਰੱਜੀਆਂ, ਉਹ ਰੰਗ ਤਮਾਸੇ ਨਾ ਇਹ ਰੱਜਦੀਆਂ ਨੇ। ਉਸਤਤ ਨਿੰਦਾ ਕੰਨ ਸੁਣ ਰੋਵਣ ਪਏ ਹਾਸੇ, ਕੰਨ ਵੀ ਨਹੀਂ ਰੱਜਦੇ ਹੈ। ਕਿਉਂ ਨਹੀਂ ਰੱਜਦੇ? ਸਾਡੇ ਗਿਆਨ ਇੰਦਰੀਆਂ ਦੀ ਜਿਹੜੀ ਡੋਰ ਹੈ ਉਹ ਨਾਮ ਸਰੋਵਰ ਤੱਕ ਨਹੀਂ ਪਹੁੰਚਦੀ ਹੈ। ਅਸੀਂ ਪ੍ਰਭੂ ਦੀ ਡੋਰੀ ਫੜਨੀ ਹੈ। ਗੁਰਮੁਖ ਪਕੜੀ ਗਿਆਨ ਡੋਰੀ, ਇਹ ਗਿਆਨ ਦੀ ਡੋਰੀ ਫੜਨੀ ਹੈ। ਗੁਰ ਸ਼ਬਦ 'ਚ ਜਿਹੜਾ ਗਿਆਨ ਮਿਲੂ, ਇਹ ਡੋਰੀ ਫੜਨੀ ਹੈ। ਇਹਦੇ ਪਿੱਛੇ ਪਿੱਛੇ ਅਸੀਂ ਜਾਣਾ ਵਾ। ਕਿਵੇਂ ਜਾਣਾ ਵਾ ਅਸੀਂ? ਨਦੀਆਂ ਪਵਹਿ ਸਮੁੰਦ ਨਾ ਜਾਣੀਏ। ਸਤਿਗੁਰਾਂ ਦੇ ਵਚਨ ਨੇ ਜਪਜੀ ਸਾਹਿਬ ਦੇ। ਨਦੀਆਂ ਨਾਲੇ ਨਹੀਂ ਜਾਣਦੇ ਸਮੁੰਦਰ ਨੂੰ, ਪਰ ਇੱਕ ਦਿਨ ਸਮੁੰਦਰ ਆਪਦਾ ਰੂਪ ਉਹਨਾਂ ਨੂੰ ਦੇ ਦਿੰਦਾ ਹੈ। ਇਵੇਂ ਗੁਰੂ ਸਾਨੂੰ ਆਪਦਾ ਰੂਪ ਦੇ ਦਿੰਦਾ ਹੈ। ਜਦੋਂ ਅਸੀਂ ਨਦੀਆਂ ਨਾਲੇ ਮਲੀਨ ਗੁਰ ਸ਼ਬਦ ਦੀ ਵਿਚਾਰ 'ਚੋਂ ਗਿਆਨ ਲੈ ਕੇ ਮਲੀਨਤਾ ਦੂਰ ਕਰਦੇ ਹੋਏ ਉਹ ਗੁਰੂ ਸਮੁੰਦਰ ਰੂਪ ਜਾ ਸਮਾਉਂਦੇ ਆ। ਸਤਿਗੁਰਾਂ ਦੇ ਵਚਨ ਆਪਾਂ ਲੈ ਲੈਣੇ, ਨਾਨਕ ਲੀਨ ਪਇਓ ਗੋਬਿੰਦ ਸੰਗ, ਜਿਉਂ ਪਾਣੀ ਸੰਗ ਪਾਣੀ। ਜੇ ਪਾਣੀ 'ਚ ਪਾਣੀ ਮਿਲ ਗਿਆ, ਕੀ ਲੱਭੂਗਾ ਭਾਈ? ਇੱਕ ਬੂੰਦ ਸਮੁੰਦਰ 'ਚ ਜਾ ਡਿੱਗੀ, ਕੀ ਲੱਭੂਗੀ? ਉਹਦਾ ਹੀ ਰੂਪ ਹੋ ਗਈ। ਫਿਰ ਵੀ ਲੋਕ ਬਹੁਤ ਧਰਮ ਦੇ ਨਾਂ 'ਤੇ ਝੂਠ ਬੋਲਦੇ ਨੇ। ਐਸੀ ਗੱਲ ਨਹੀਂ ਹੈਗੀ। ਜੋ ਗੁਰਬਾਣੀ ਵਿੱਚ ਦੱਸਿਆ ਗਿਆ ਸੰਤ ਬਾਰੇ, ਸਾਧ ਬਾਰੇ, ਗੁਰੂ ਬਾਰੇ, ਉਹ ਸਾਰਾ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ। ਇਹ ਸੱਚ ਦੇ ਗਿਆਨ ਤੋਂ ਹੀ ਸਾਨੂੰ ਪਤਾ ਲੱਗਣਾ ਵਾ। ਸੱਚ ਦਾ ਗਿਆਨ ਕੀ ਹੈ? ਚਾਨਣ। ਗੁਰਬਾਣੀ ਇਸ ਜੱਗ ਮੇ ਚਾਨਣ, ਕਰਮ ਬਸੇ ਮਨ ਆਏ। ਕਰਮ ਕਿਰਪਾ ਲੈਣੀ ਆ ਭਾਈ। ਅਸੀਂ ਤਾਂ ਲੋਕਾਂ 'ਤੇ ਹੀ ਕਰਮ ਕਰਨ ਲੱਗ ਗਏ। ਸਾਡੇ 'ਤੇ ਕਿਰਪਾ ਕਿਵੇਂ ਹੋਊਗੀ? ਇਹੀ ਤਾਂ ਕਿਰਪਾ ਲੈਣੀ ਆ। ਅਸੀਂ ਗੁਰ ਸ਼ਬਦ ਨੂੰ ਵਿਚਾਰਨਾ ਹੈ, ਇਹੀ ਤਾਂ ਅਰਦਾਸ ਕਰਨੀ ਹੈ। ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਦੇ ਦੁੱਖ। ਫਿਰ ਦੁੱਖ ਮੰਗਦੇ ਹਾਂ ਅਸੀਂ ਭਾਈ। ਮਨ ਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ। ਮਨ ਦਾ ਸੁਭਾਅ ਭਾਈ ਫਿਰ ਇਹ ਰੋਂਦਾ। ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਮਨ ਮੂਰਖ ਕਾਹੇ ਬਿਲ ਲਾਈਏ, ਪੂਰਬ ਲਿਖੇ ਕਾ ਲਿਖਿਆ ਪਾਈਏ। ਫਿਰ ਰੋਣਾ ਕਾਹਤੇ ਆ ਭਾਈ? ਦੱਦਾ ਦੋਸ਼ ਨਾ ਦੇਹੋ ਕਿਸੇ, ਦੋਸ਼ ਆਪਣੇ ਕਰਮਾਂ, ਦੂਏ ਨੂੰ ਦੋਸ਼ ਦਿੰਦਾ ਹੈ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਸਾਨੂੰ ਕਦੋਂ ਇਹ ਅਵਸਥਾ ਪ੍ਰਾਪਤ ਹੋਊਗੀ? ਜਨ ਤਾਂ ਸਾਨੂੰ ਕਾਲ ਨੇ ਲੈ ਜਾਣਾ ਵਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਹੋਣ ਜਾਨੂੰ ਸਮਾਂ ਆ ਜਾਣਾ। ਸਤਿਗੁਰ ਕੀ ਸਮਝਾਉਂਦੇ ਨੇ? ਉਸਤਤ ਨਿੰਦਿਆ ਨਾਹੀਂ ਜੇ, ਕੰਚਨ ਲੋ ਸਮਾਨ। ਸੋਨਾ ਲੋਹਾ ਦੁੱਖ ਸੁੱਖ ਅੱਗੇ ਆ ਜਾਣੇ ਨੇ। ਨੌਵੇਂ ਪਾਤਸ਼ਾਹ ਨੇ ਸ਼ਲੋਕਾਂ ਦੇ ਵਿੱਚ ਆਪਾਂ ਨੂੰ ਸਾਰਾ ਕੁਝ ਸਮਝਾਤਾ। ਜੀਵਾਤਮਾ ਦੀ ਅਵਸਥਾ ਕਿਵੇਂ ਨੇ ਪ੍ਰਾਪਤ ਕਰਨੀ ਆ, ਕਿੱਥੇ ਇਹ ਖੜਾ, ਸਾਨੂੰ ਜਦ ਹੀ ਪਤਾ ਲੱਗ ਜਾਂਦਾ ਅਸੀਂ ਕਿੰਨੇ ਨੀਚ ਹੈ। ਸਾਡੇ ਅੰਦਰ ਕਿੰਨੀ ਕਮੀ ਆ ਗਈ, ਕਿੰਨੀ ਦੂਰ ਬੈਠੇ ਹਾਂ ਅਸੀਂ। ਸਾਰਾ ਸਾਨੂੰ ਸਮਝ ਆ ਜਾਣਾ ਸੱਚ ਦੇ ਗਿਆਨ ਤੋਂ। ਉਹ ਅਵਸਥਾ ਪਹੁੰਚਣਾ ਅਸੀਂ। ਉਸਤਤ ਨਿੰਦਾ ਨਾਹੀਂ ਜੇ। ਉਸਤਤ ਹੁੰਦੀ ਆਪਦੀ ਮਨ ਦਾ ਸੁਭਾਅ ਆ। ਪਿੱਛੇ ਵੀ ਆਪਾਂ ਕਬੀਰ ਜੀ ਦੇ ਸ਼ਲੋਕ ਕੀਤੇ ਸੀ। ਕਬੀਰ ਬਾਂਸ ਬੜਾਈ ਬੂਢਿਆ, ਇਉ ਮਤ ਬੂਢੋ ਕੋਏ। ਚੰਦਨ ਕੇ ਬਾਂਸ ਨਿਕਟ ਬਸੇ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਕੋਲ ਦੀ ਨਿਕਲ ਜਾਂਦਾ, ਬਾਂਸ ਦੀ ਸੁਗੰਧ ਨਹੀਂ ਲੈਂਦਾ। ਇਹ ਗੁਰ ਗਿਆਨ, ਇਹ ਸ਼ਬਦ, ਇਹੀ ਤਾਂ ਖੁਸ਼ਬੂ ਲੈਣੀ ਹੈ ਮਨ ਨੇ, ਮਨ ਬੁੱਧੀ ਨੇ। ਜਿਵੇਂ ਚੰਦਨ ਦੀ ਖੁਸ਼ਬੂ ਫੈਲਦੀ ਹੈ, ਐਵੇਂ ਗੁਰ ਸ਼ਬਦ ਦਾ ਗਿਆਨ ਹੀ ਫੈਲਦਾ ਹੈ। ਗੁਰ ਸ਼ਬਦ ਲੰਗਰ ਵੱਧ ਤੋਂ ਜਾਵੇ, ਟੋਟ ਨਾ ਵੀ, ਵੱਧਦਾ ਹੀ ਚਲਿਆ ਜਾਂਦਾ ਹੈ। ਜਿਹੜੇ ਸੰਸਾਰੀ ਅਸੀਂ ਗੱਲ ਕਰਦੇ ਹਾਂ ਲੰਗਰ ਦੀ, ਜਾਂ ਸਮਾਜ ਸੇਵਾ ਕਰਦੇ ਹਾਂ, ਗੁਰੂ ਘਰਾਂ 'ਚ ਚੱਲਦਾ ਵਾ, ਉਹ ਤਾਂ ਸਰੀਰ ਕਰਕੇ ਖੁਰਾਕਾਂ ਕੁਦਰਤ ਨੇ ਸਭ ਨੂੰ ਦਿੱਤੀਆਂ। ਸਾਰੇ ਧਰਮ ਵਾਲੇ, ਕੋਈ ਘੱਟ ਕਰਦਾ, ਕੋਈ ਵੱਧ ਕਰਦਾ। ਕਿਸੇ 'ਤੇ ਕਿਰਪਾ ਜ਼ਿਆਦਾ ਹੈ, ਕਿਸੇ 'ਤੇ ਥੋੜ੍ਹੀ ਹੈ। ਉਹ ਸਾਡਾ ਵਿਸ਼ਾ ਨਹੀਂ ਹੈ, ਕੁਦਰਤ ਦਾ ਵਿਸ਼ਾ ਵਾ।
ਪਰ ਅਸੀਂ ਆਪਦੇ ਉੱਪਰ ਲੈ ਲਿਆ, ਇਸ ਕਰਕੇ ਅਸੀਂ ਇਹ ਅਵਸਥਾ 'ਤੇ ਨਹੀਂ ਪਹੁੰਚ ਸਕਦੇ। ਅਸੀਂ ਪਹੁੰਚਣਾ ਮਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਉਸਤਤ ਆਪਦੀ ਕਰਾਉਣੀ ਛੱਡਣੀ ਹੈ। ਨਿੰਦਾ ਕੀ ਹੁੰਦੀ ਹੈ? ਨਿੰਦਾ ਹੁਕਮ ਦਾ ਵਿਰੋਧ। ਬਾਣੀ ਸਾਡੀ ਨਿੰਦਾ ਕਰਦੀ ਹੈ, ਸਾਡੀਆਂ ਕਮੀਆਂ ਦੱਸਦੀ ਹੈ। ਤਾਈਓ ਤਾਂ ਭਗਤ ਕਬੀਰ ਜੀ ਕਹਿੰਦੇ ਨੇ, ਨਿੰਦੋ 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 ਲੋਕ ਮੋਕੋ ਨਿੰਦੋ ਲੋਕ, ਨਿੰਦਾ ਜਨ ਕੋ ਖਰੀ ਪਿਆਰੀ। ਭਗਤ ਕਬੀਰ ਜੀ ਦਾ ਕਹਿੰਦੇ ਭਾਈ ਸਾਨੂੰ ਤਾਂ ਬੜੀ ਪਿਆਰੀ ਹੈ, ਜੇ ਸਾਡੀ ਕੋਈ ਨਿੰਦਾ ਕਰੇ ਦੱਸੇ ਤਾਂ ਸਹੀ ਕੋਈ। ਪਰ ਸੱਚ ਦੇ ਗਿਆਨ ਤੋਂ ਬਿਨਾਂ ਅਸੀਂ ਅੰਨੇ ਹਾਂ ਭਾਈ। ਇਹ ਸੱਚ ਦੇ ਗਿਆਨ ਨਾਲ ਹੀ ਆਪਾਂ ਨੂੰ ਸਾਰਾ ਕੁਛ ਦਿਖ ਜਾਣਾ ਵਾ। ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲੈ ਲੈਂਦੇ ਹਾਂ, ਨਾਮ ਤੇਰੇ ਕੀ ਜੋਤ ਲਗਾਈ ਪਇਓ ਯਾਰੋ ਸਗਲ ਪਵਨਾਰੇ। ਇਹ ਐਸਾ ਗਿਆਨ ਪ੍ਰਕਾਸ਼ ਹੈ, ਚਾਰ ਲੋਕਾਂ ਦਾ ਗਿਆਨ ਹੋ ਜਾਂਦਾ। ਹੌਲੀ ਹੌਲੀ ਜੀਵ ਆਤਮਾ ਮਾਇਆ ਪਾਰ ਕਰਕੇ ਦੇਵਲੋਕ ਪਹੁੰਚ ਜਾਂਦੀ ਹੈ। ਦੇਵਲੋਕ ਪਹੁੰਚ ਕੇ ਆਪਦੀ ਭਗਤੀ ਸ਼ੁਰੂ ਹੁੰਦੀ ਹੈ ਸਹਿਜ ਦੁਨੀਆ ਦੇ ਵਿੱਚ, ਜਿਹਨੂੰ ਆਪਣੇ ਅੰਤਰ ਆਤਮਾ ਦੀ ਆਵਾਜ਼ ਦੇਵਲੋਕ ਦਸਮ ਦੁਆਰ ਵੀ ਕਿਹਾ ਵਾ। ਫਿਰ ਇਹ ਹੁਕਮ ਸਮਾ ਜਾਂਦੀ ਹੈ, ਸੰਸਾਰ 'ਚ ਆਉਣਾ ਜਾਣਾ ਛੁਟਕਾਰਾ ਹੋ ਜਾਂਦਾ, ਆਪਦੇ ਘਰ ਪਹੁੰਚ ਜਾਂਦੀ ਹੈ। ਬਾਣੀ ਸੁਣਨ ਸਾਨੂੰ ਇੰਨਾ ਫਾਇਦਾ ਹੁੰਦਾ ਵਾ। ਅਸੀਂ ਫਿਰ ਵੀ ਨਾ ਸੁਣੀਏ ਕਿੱਡੇ ਅਭਾਗੇ। ਅਸੀਂ ਤਾਂ ਗੁਰੂ ਨੂੰ ਹੀ ਉਪਦੇਸ਼ ਕਰਨ ਲੱਗ ਗਏ, ਭਾਈ ਗੁਰੂ ਵੱਡਾ ਹੁੰਦਾ ਹੈ, ਗੁਰੂ ਨੂੰ ਸੁਣੀਦਾ ਹੁੰਦਾ ਵਾ। ਸੁਣਨਾ ਸਾਨੂੰ ਗਿਆਨ ਪੈਦਾ ਹੋਊਗਾ, ਉਹੀ ਅਵਸਥਾ ਆਪਾਂ ਪ੍ਰਾਪਤ ਕਰਨੀ ਹੈ। ਉਸਤਤ ਨਿੰਦਾ ਨਹੀਂ ਜੇ ਕੰਚਨ ਲੋਸ ਮਨ। ਆਪਦੀ ਉਸਤਤ ਨਹੀਂ ਕਰਾਉਣੀ, ਕੁਦਰਤ ਦਾ ਵਿਰੋਧ ਨਹੀਂ ਕਰਨਾ। ਇਹ ਅਵਸਥਾ ਪ੍ਰਾਪਤ ਕਰਨੀ ਹੈ। ਮਾਇਆ ਤੋਂ ਉੱਪਰ ਉੱਠਣਾ ਵਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹਿ। ਉਹਨੂੰ ਮੁਕਤੀ ਮਿਲ ਜਾਂਦੀ ਹੈ, ਗਿਆਨ ਤੋਂ ਬਾਅਦ ਇਹਨੂੰ ਮੁਕਤੀ ਮਿਲ ਜਾਂਦੀ ਹੈ, ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਸਰੀਰ 'ਚ ਰਹਿੰਦਿਆਂ ਰਹਿੰਦਿਆਂ ਹੀ ਇਹ ਆਪਦੇ ਘਰ ਪਹੁੰਚ ਜਾਂਦਾ ਹੈ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਉਹਦੇ ਨਾਲ ਕਿੰਨੇ ਹੀ ਹੋਰ ਨਿਕਲ ਜਾਂਦੇ ਨੇ। ਪਰ ਜੇ ਆਪਾਂ ਭਾਈ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ ਫੇਰ ਹੀ ਅਸੀਂ ਪਹੁੰਚਾਂਗੇ। ਆਪਣੀ ਮੱਤ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ ਇਹ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅਗੰਮ ਹੁੰਦਾ ਹੈ ਜਿਹੜਾ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੋਵੇ। ਬਾਣੀ ਨੇ ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਮਾਇਆ ਦੇ ਉਹ ਨਿਰਾਕਾਰ ਦੁਨੀਆ ਨੂੰ ਸਮਝਾਇਆ, ਜਿੱਥੋਂ ਆਤਮਾ ਟੁੱਟ ਕੇ ਆਈ। ਆਤਮਾ ਨੇ ਹੁਣ ਪ੍ਰਾਤਮਾ ਦਾ ਦਰਸ਼ਨ ਕਰਨਾ ਹੈ। ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਜਦੋਂ ਮਨ ਚਿੱਤ ਇੱਕ ਹੋ ਜਾਂਦੇ ਨੇ, ਜਿਵੇਂ ਇੱਕ ਕਮਰੇ ਦੇ ਵਿੱਚ ਛੋਟੀ ਲਾਈਟ ਜਲਦੀ ਹੈ, ਜੇ ਆਪਾਂ ਵੱਡੀ ਲਾਈਟ ਜਲਾ ਦਈਏ ਛੋਟੀ ਲਾਈਟ ਉਹਦੇ ਵਿੱਚੇ ਸਮਾ ਜਾਂਦੀ ਹੈ। ਐਵੇਂ ਜਿਹੜਾ ਅਸੀਂ ਅੰਸ਼ ਰੂਪ ਹੈ, ਸਾਡੀ ਬੁੱਧੀ ਵਿੱਚੇ ਸਮਾ ਜਾਂਦੀ ਹੈ ਉਹਦੇ। ਫਿਰ ਵਿਵੇਕ ਬੁੱਧ ਬਣਦੀ ਹੈ। ਇਹਨੂੰ ਗਿਆਨ ਮਤ ਕਿਹਾ ਵਾ। ਉਪਜਿਆ ਸਹਿਜ ਗਿਆਨ ਮਤ ਜਾਗੀ। ਜਦੋਂ ਮਨ ਦੀ ਇੱਛਾ ਮਰ ਜਾਂਦੀਆਂ ਨੇ, ਫਿਰ ਇਹਦੇ ਅੰਦਰ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਫਿਰ ਇਹ 'ਚੋਂ ਗਿਆਨ ਪੈਦਾ ਹੁੰਦਾ ਹੈ। ਉਹੀ ਮਤ ਨਾਲ ਬਾਣੀ ਪੜ੍ਹੀ ਜਾਂਦੀ ਹੈ, ਉਹੀ ਅਵਸਥਾ 'ਚ ਜਾ ਕੇ ਬਾਣੀ ਉਚਾਰੀ ਜਾਂਦੀ ਹੈ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੋਬੇ ਸਿਆਣੇ। ਸਤਿਗੁਰਾਂ ਦੇ ਵਚਨ ਨੇ ਸੁਖਮਨੀ ਸਾਹਿਬ ਦੇ। ਇਹ ਗੁਰ ਕੀ ਮਤ ਲੈਣੀ ਹੈ ਭਾਈ, ਤਾਂ ਇਹ ਸਾਨੂੰ ਅਵਸਥਾ ਪ੍ਰਾਪਤ। ਆਪਦੀ ਮਤ ਦਾ ਤਿਆਗ ਕਰਨਾ ਵਾ। ਨਹੀਂ ਸਿਆਣੇ ਦੇਖਦੇ ਹਾਂ ਸਾਰੇ ਡੁੱਬੇ, ਅਸੀਂ ਉੱਧਰ ਨੂੰ ਜਾਂਦੇ ਹਾਂ। ਕਿਉਂ ਜਾਂਦੇ ਹਾਂ? ਅਸੀਂ ਲਾਲਚੀ ਹਾਂ। ਕਿੰਨਾ ਚਿਰ ਲਾਲਚ ਕਰਾਂਗੇ? ਆਓ ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈਂਦੇ ਹਾਂ। ਇਹ ਸੰਸਾਰ 'ਚ ਆਪਾਂ ਕਿਵੇਂ ਰਹਿਣਾ, ਕਿਵੇਂ ਨੂੰ ਦੇਖ ਕੇ ਨਿਕਲਣਾ ਵਾ। ਆਓ ਸਾਰੇ ਮਿਲ ਕੇ ਭਗਤ ਕਬੀਰ ਜੀ ਦਾ ਆਪਾਂ ਬਚਨ ਲਈਏ। ਬਿਲਾਵਲ ਬਾਣੀ ਭਗਤਾਂ ਕੀ ਕਬੀਰ ਜੀਓ ਕੀ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਹ ਗੁਣਾਂ ਦੀ ਪ੍ਰਾਪਤੀ ਹੋਣੀ ਆ ਭਾਈ। ਆਪਾਂ ਨੂੰ ਗੁਣ ਵਿਚਾਰੇ ਗਿਆਨੀ ਸੋਏ, ਗੁਣਮੇ ਗਿਆਨ ਪ੍ਰਾਪਤ ਹੋਏ। 'ਚੋਂ ਗੁਣ ਪੈਦਾ ਹੋਣੇ ਨੇ। ਗੁਣ ਕਿਹੜੇ ਪੈਦਾ ਹੋਣੇ ਨੇ? ਨਿਰਭਉ, ਸਾਡਾ ਭੈ ਖਤਮ ਹੋ ਜਾਣਾ ਵਾ। ਨਿਰਵੈਰ ਹੋ ਜਾਣਾ ਸੰਸਾਰ ਨਾਲ, ਸਾਡਾ ਵੈਰ ਨਹੀਂ ਰਹਿਣਾ। ਕਾਲ ਤੋਂ ਮੁਕਤ ਹੋ ਜਾਣਾ। ਸਰੀਰ 'ਚ ਰਹਿੰਦੇ ਅਸੀਂ ਮੁਕਤ। ਚਾਰੇ ਗੁਣ ਪ੍ਰਾਪਤ ਕਰਨ ਤੋਂ ਬਾਅਦ ਹੀ ਅਵਸਥਾ ਪ੍ਰਾਪਤ ਹੁੰਦੀ ਹੈ। ਉਸਤਤ ਨਿੰਦਿਆ ਨਹੀਂ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹਿ ਤੇ ਜਾ। ਉਹਨੂੰ ਮੁਕਤ ਕਹਿ ਸਕਦੇ ਹਾਂ ਆਪਾਂ ਭਾਈ। ਉਹ ਗੁਰਸਿੱਖ ਨੂੰ ਮੁਕਤ ਕਹਿੰਦੀ ਹੈ ਬਾਣੀ। ਜੀਵਨ ਮੁਕਤ ਸੋ ਆਖੀਏ, ਮਰ ਜੀਵੈ ਮਰਿਆ। ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਨੇ। ਉਹਨੂੰ ਮੁਕਤ ਆਪਾਂ ਗੁਰਸਿੱਖ ਨੂੰ ਕਹਿ ਸਕਦੇ ਹਾਂ। ਇੱਛਾ ਦਾ ਤਿਆਗ ਕਰਕੇ ਜਦੋਂ ਮਰ ਜਾਂਦਾ ਫਿਰ ਮਨ ਜਿਉਂਦਾ ਹੁੰਦਾ ਵਾ। ਮਿਰਤਕ ਕੋ ਜਵਾਲਣਹਾਰ, ਭੁੱਖੇ ਕੋ ਦੇਤ ਆਧਾਰ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਮਰ ਕੇ ਜਦੋਂ ਜਿਉਂਦਾ ਹੁੰਦਾ ਵਾ, ਪਰ ਭੁੱਖ ਲੱਗਦੀ ਹੈ ਇਹਨੂੰ ਨਾਮ ਦੀ। ਸਾਚੀ ਨਾਮ ਕੀ ਲਾਗੇ ਭੁੱਖ, ਫਿਰ ਇਹਨੂੰ ਭੁੱਖ ਲੱਗਦੀ ਹੈ। ਫਿਰ ਇਹਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਹ ਬੁਲਾਇਆ ਬੋਲਦਾ। ਮਰ ਜੀਵੈ, ਮਰ ਕੇ ਜਿਉਂਦਾ ਹੋ ਗਿਆ। ਮਰਿਆ ਦਾ ਭਾਵ ਫਿਰ ਵੀ ਬੋਲਦਾ ਨਹੀਂ, ਬੁਲਾਇਆ ਬੋਲਦਾ। ਬੁਲਾਇਆ ਬੋਲੀ ਖਸਮ ਕਾ। ਆਓ ਸਾਰੇ ਮਿਲ ਕੇ ਆਪਾਂ ਇਹ ਅਵਸਥਾ ਪ੍ਰਾਪਤ ਕਰਨੀ ਹੈ। ਫਿਰ ਆਪਾਂ ਭਗਤ ਕਬੀਰ ਜੀ ਨੂੰ ਪੁੱਛਦੇ ਆਪਾਂ ਕਿਵੇਂ ਸੰਸਾਰ ਦੇ ਵਿੱਚ ਰਹਿਣਾ। ਐਸੋ ਇਹ ਸੰਸਾਰ ਪੇਖਣਾ, ਰਹਿ ਨਾ ਕੋ ਪਾਈਏ ਰੇ।
सूदे सूदे रेग चलो तुम नतर को धक्का दवਈਏ रे। ਭਗਤ ਜੀ ਤਾਂ ਸਮਝਾਉਂਦੇ ਆ ਭਾਈ, ਇਹ ਸੰਸਾਰ ਨੂੰ ਪੇਖਣਾ, ਇੱਕ ਹੁੰਦਾ ਦੇਖਣਾ, ਇੱਕ ਪੇਖਣਾ। ਅੱਖਾਂ ਨਾਲ ਅਸੀਂ ਦੇਖਦੇ ਹਾਂ, ਬੁੱਧੀ ਨਾਲ ਪੇਖਣਾ ਹੁੰਦਾ ਵਾ। ਪਰ ਸਾਡੇ ਕੋਲ ਬੁੱਧੀ ਜਿੰਨੀ ਕੁ ਹੁੰਦੀ ਉਹਨਾਂ ਕੀ ਦੇਖਾਂਗੇ। ਅਸੀਂ ਮਾਇਆ ਨੂੰ ਹੀ ਦੇਖਦੇ ਹਾਂ, ਮਾਇਆ ਸਾਨੂੰ ਫਸਾ ਲੈਂਦੀ ਹੈ, ਇੱਥੇ ਜਾਣ ਨਹੀਂ ਦਿੰਦੀ ਹੈਗੀ। ਕਬੀਰ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਜੋ ਇਸकी ਸੇਵਾ ਕਰੇ ਤਿਸ ਹੀ ਕੋ ਕਹੇ। ਸਾਨੂੰ ਹੀ ਖਾ ਜਾਂਦੀ, ਸਾਡੀ ਬੁੱਧੀ ਨੂੰ ਖਾ ਜਾਂਦੀ ਹੈ। ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ, ਸਾਹ ਦੇ ਮਾਨ ਖੋ ਲੈਂਦੇ ਅਸੀਂ ਆ ਕੇ, ਬੁੱਧੀ ਗਵਾ ਲੈਂਦੇ ਹਾਂ। ਇੱਥੇ ਹੋਰ ਕੁਝ ਖੱਟਣ ਨੂੰ ਨਹੀਂ ਹੈਗਾ। ਇੱਥੇ ਅਸੀਂ ਗੁਣ ਪੈਦਾ ਕਰਨੇ ਆ, ਬੁੱਧੀ ਨੇ ਗੁਣ ਲੈ ਕੇ ਜਾਣੇ ਨੇ। ਇਹ ਔਗਣ ਇਕੱਠੇ ਕਰਕੇ ਲੈ ਜਾਂਦੀ ਹੈ, ਫਿਰ ਜੰਮਣ ਮਾਰ ਨੂੰ ਚਲੀ ਜਾਂਦੀ ਹੈ। ਗੁਣਾ ਗਵਾਈ ਗੱਠਣੀ ਔਗਣ ਚੱਲੀ ਬਨ, ਔਗਣ ਬਣ ਕੇ ਲੈ ਜਾਂਦੀ ਹੈ। ਭਗਤ ਕਬੀਰ ਜੀ ਦਾ ਇਹ ਸਲੋਕ ਹੈ। ਪੰਜ ਜਨਾ ਉਹ ਭਾਗੇ ਬਾਂਧਿਓ ਜੀਓ ਦਰਬਾਰੀ। ਕੌਣ ਬੰਨਿਆ ਭਾਈ, ਕਿਹਨੇ ਦੇਖਿਆ? ਇਹ ਨਿਰਾਕਾਰ ਦੁਨੀਆ ਦਾ ਵਿਸ਼ਾ ਹੈ। ਬੁੱਧੀ ਨੂੰ ਬੰਨ੍ਹ ਲਿਆ ਜਾਂਦਾ ਵਾ, ਬੁੱਧੀ ਦੀ ਪ੍ਰੀਖਿਆ ਹੁੰਦੀ ਹੈ, ਸਰੀਰ ਇੱਥੇ ਰਹਿ ਜਾਂਦਾ ਵਾ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋ, ਅੱਗੇ ਕੀ ਖੋਣਾ ਫਿਰ? ਰਸਨਾ ਜਪੇ ਨਾ ਨਾਮ ਤਿਲ ਤਿਲ ਕੱਟੀਏ, ਫਿਰ ਕੌਣ ਕੱਟਿਆ ਜਾਂਦਾ ਹੈ? ਬੁੱਧੀ ਦਾ ਜਿਹੜਾ ਹੈਗਾ ਵਾ ਇਮਤਿਹਾਨ ਹੈ ਇਹ। ਇਹਨੇ ਮਨ ਤੋਂ ਖਹਿੜਾ ਛਡਾ ਕੇ ਮਨ ਜੀਤੇ ਜਗਜੀਤ ਆਪਦੇ ਘਰ ਪਹੁੰਚਣਾ ਹੈ। ਪਰ ਕਿਵੇਂ ਪਹੁੰਚਾਂਗੇ? ਆਹ ਅਵਸਥਾ ਪ੍ਰਾਪਤ ਕਰਨੀ ਪਊ ਸਾਨੂੰ। ਇਹ ਅਵਸਥਾ ਤਾਂ ਪ੍ਰਾਪਤ ਹੋਊਗੀ ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਭਗਤ ਜੀ ਸਮਝਾਉਂਦੇ ਨੇ, ਐਸੋ ਇਹ ਸੰਸਾਰ ਪੇਖਣਾ ਰਹਿ ਨਾ ਕੋ ਪਾਈਏ। ਇੱਥੇ ਕਿਸੇ ਨੇ ਨਹੀਂ ਰਹਿਣਾ ਭਾਈ, ਵੱਡੇ ਵੱਡੇ ਜੋ ਆਏ ਸਭ ਨੇ ਚਲਿਆ ਜਾਣਾ। ਅਸੀਂ ਫਿਰ ਕਿਵੇਂ ਰਹਿਣਾ ਇੱਥੇ? ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਈਏ। ਸਿੱਧੇ ਚੱਲਣਾ, ਸਾਧ ਕੇ ਸੰਗ ਨਾ ਬੀਘਾ ਪੈਰ। ਸੁਖਮਨੀ ਸਾਹਿਬ ਸਤਿਗੁਰਾਂ ਦੇ ਬਚਨ ਨੇ, ਸਾਧ ਗੁਰੂ ਸ਼ਬਦ ਦੇ ਬਚਨ ਦੇ ਪਿੱਛੇ ਪਿੱਛੇ ਚੱਲਣਾ। ਅਸੀਂ ਸਿੱਧੇ ਚੱਲਣਾ, ਆਪਦੇ ਘਰ ਪਹੁੰਚ ਜਾਂਗੇ। ਉਹੀ ਭਗਤ ਕਬੀਰ ਜੀ ਸਮਝਾਉਂਦੇ ਨੇ, ਨਤਰ ਕੋ ਧੱਕਾ ਦਵਾਈਏ। ਇੱਕ ਧੱਕਾ ਹੁੰਦਾ, ਇੱਕ ਧੱਕਾ 84 ਲੱਖ ਦਾ ਧੱਕਾ ਲੱਗੂਗਾ ਭਾਈ। ਫਿਰ ਵੇਖਣਾ ਹੁੰਦਾ ਦਿਵ ਦ੍ਰਿਸ਼ਟੀ। ਦਿਵ ਦ੍ਰਿਸ਼ਟੀ ਕੀ ਹੈ? ਗਿਆਨ। ਉਹ ਕਿੱਥੋਂ ਮਿਲਦੀ ਹੈ ਸਾਨੂੰ? ਗੁਰਬਾਣੀ 'ਚੋਂ। ਉਹਦੇ ਨਾਲ ਤਾਂ ਅਸੀਂ ਬਾਣੀ ਸਮਝਣੀ ਹੈ। ਰਹਿ ਰਾਸ ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਲਈ ਜਾਣੀ ਹੈ। ਬਾਣੀ ਨੂੰ ਸਮਝਣਾ, ਵਿਚਾਰਨੇ 'ਚੋਂ ਗਿਆਨ ਪੈਦਾ ਹੋਏ, ਉਹਨੂੰ ਦਿਵ ਦ੍ਰਿਸ਼ਟੀ ਕਹਿੰਦੇ ਆ। ਫਿਰ ਅਸੀਂ ਇਹ ਸੰਸਾਰ ਨੂੰ ਵੇਖ ਸਕਦੇ ਹਾਂ। ਦੇਖਦੇ ਤਾਂ ਹੈ ਹੀ ਆ। ਉਹੀ ਭਗਤ ਕਬੀਰ ਜੀ ਸਮਝਾਉਂਦੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੋ ਧੱਕਾ ਦਵਈਏ ਰੇ। ਰਹਾਓ ਬਾਰੇ ਬੂਢੇ ਤਰਨੇ ਭਈਆ, ਸਬੂ ਜਮ ਲੈ ਜਾਈਏ ਰੇ। ਮਾਨਸ ਬਪਰਾ ਮੂਛਾ ਕੀਨੋ, ਮੀਚ ਬਲਈਆ ਖਾਈਏ ਰੇ। ਮੌਤ ਰੂਪ ਬਿੱਲੀ ਨਹੀਂ ਛੱਡਦੀ ਭਾਈ ਚੂਹੇ ਨੂੰ। ਜੇ ਕਬੂਤਰ ਨੇ ਅੱਖਾਂ ਮੀਚ ਲੀਆਂ ਤਾਂ ਬਿੱਲੀ ਨੇ ਥੋੜ੍ਹੀ ਛੱਡ ਦੇਣਾ। ਜੇ ਅਸੀਂ ਕਾਲ ਕਰਨੀ ਅੱਖਾਂ ਮੀਚੀਆਂ, ਕਾਲ ਨੇ ਥੋੜ੍ਹੀ ਛੱਡ ਦੇਣਾ ਵਾ। ਉਹੀ ਭਗਤ ਕਬੀਰ ਜੀ ਸਮਝਾਉਂਦੇ ਨੇ, ਬਾਰੇ ਬੂਢੇ ਤਰਨੇ ਭਈਆ ਸਭੂ ਜਮ ਲੈ ਜਾਈਏ। ਸਮਾਂ ਨਿਕਲ ਜਾਣਾ ਮਾਂ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਇਹ ਜਮਾਂ ਤੋਂ ਖਹਿੜਾ ਛਡਾਈਏ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ, ਜਮ ਕਿਵੇਂ ਖਹਿੜਾ ਛੱਡਦੇ। ਹਰ ਹਰ ਨਾਮ ਜਪੰਤਿਆਂ, ਕਿਸ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਗੋਪਾਲ ਦਾ ਦਰਸ਼ਨ ਵੀ ਹੋ ਜਾਂਦਾ ਹੈ। ਗੋਪਾਲ ਨੂੰ ਵੀ ਬੁੱਧੀ ਵੇਖ ਲੈਂਦੀ ਹੈ। ਉਹੀ ਤਾਂ ਹਰ ਦਰਸ਼ਨ ਹੈ ਭਾਈ। ਉੱਥੇ ਤਾਂ ਭਗਤੀ ਸ਼ੁਰੂ ਹੋਣੀ ਹੈ। ਫਿਰ ਅਸੀਂ ਤਾਂ ਸਿੱਧਾ ਹੀ ਰੱਬ ਨੂੰ ਭਾਲਦੇ ਹਾਂ। ਅੱਗੇ ਭਗਤ ਕਬੀਰ ਜੀ ਕੀ ਸਮਝਾਉਂਦੇ ਨੇ, ਮਾਨਸ ਬਪਰਾ ਮੂਸਾ ਕੀਨੋ, ਮੀਚ ਬਲਈਆ ਖਾਈਏ ਰੇ। ਮੌਤ ਰੂਪੀ ਬਿੱਲੀ ਭਾਈ ਚੂਹੇ ਨੂੰ ਨਹੀਂ ਛੱਡਦੀ। ਅੱਗੇ ਭਗਤੀ ਕੀ ਸਮਝਾਉਂਦੇ ਨੇ, ਧਨਵੰਤਾ ਔਰ ਨਿਰਧਨ ਮਾਨੀ, ਤਾਂ ਕੀ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰੇ। ਜੇ ਅਸੀਂ ਕੁਦਰਤ ਦੀ ਉਸਤਤ ਨਹੀਂ ਕਰਾਂਗੇ, ਉਹਦੇ ਭਾਣੇ 'ਚ ਨਹੀਂ ਚੱਲਾਂਗੇ, ਹੁਕਮ ਦਾ ਵਿਰੋਧ ਕਰਾਂਗੇ, ਉਸਤਤ ਨਿੰਦਾ ਕਰਾਂਗੇ, ਬੜੀਆਂ ਉੱਚੀਆਂ ਪਦਵੀਆਂ ਪ੍ਰਾਪਤ ਕਰ ਲਾਂਗੇ, ਬੜੀ ਸੰਪਤ ਇਕੱਠੀ ਕਰ ਲਾਂਗੇ, ਧਨਵੰਤ ਬਣ ਜਾਵਾਂਗੇ, ਅਤੇ ਫਿਰ ਕਿਹੜਾ ਸਾਨੂੰ ਕਾਲ ਨੇ ਛੱਡ ਦੇਣਾ ਭਾਈ। ਉਹੀ ਭਗਤ ਕਬੀਰ ਜੀ ਸਮਝਾਉਂਦੇ ਨੇ, ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰੇ। ਫਿਰ ਕੀ ਖੱਟਿਆ ਸੀ ਭਾਈ? ਕਾਲ ਨੇ ਤਾਂ ਸਾਨੂੰ ਫਿਰ ਵੀ ਨਾ ਛੱਡਿਆ। ਇੱਥੇ ਆ ਕੇ ਕਾਲ ਛੱਡ ਜਾਂਦਾ। ਨਾਹੂ ਤੇਰਾ ਨਿਰੰਕਾਰ ਹੈ, ਨਾ ਲਈਏ ਨਰਕ ਨਾ ਜਾਈਏ। ਐਸਾ ਗਿਆਨ ਹੈ ਗੁਰਬਾਣੀ, ਗੁਰਸ਼ਬਦ ਦਾ, 'ਚ ਇੰਨੀ ਪਾਵਰ ਹੈ, ਸਾਡਾ ਮੋਹ ਦਾ ਜਾਲ ਕੱਟ ਦਿੰਦਾ ਹੈ।
ਮੋਹ ਦਾ ਜਾਲ ਹੀ ਕਾਲ ਹੈ। ਮਨ ਰੇ ਹਉਮੈ ਮੋਹ ਦੁੱਖ ਭਾਰੀ, ਬੜਾ ਦੁੱਖ ਹੈ ਇਹ, ਬੜਾ ਤਕੜਾ ਜਾਲ ਹੈ। ਜੀਵ ਰੋਂਦਾ ਹੀ ਆਉਂਦਾ, ਰੋਂਦਾ ਹੀ ਜਾਂਦਾ ਵਾ। ਜਨਮ ਵੇਲੇ ਵੀ ਰੋਂਦਾ ਹੈ, ਜਾਣ ਵੇਲੇ ਵੀ ਰੋਂਦਾ ਹੈ। ਜਾਣ ਨੂੰ ਜੀ ਨਹੀਂ ਕਰਦਾ, ਪਰ ਹੱਸਦਿਆਂ ਹੋਇਆਂ ਨੇ ਘਰ ਪਹੁੰਚਣਾ ਪਹਿਲਾਂ ਪਹਿਲਾਂ ਭਾਈ, ਸਰੀਰ 'ਚ ਰਹਿੰਦਿਆਂ ਹੋਇਆਂ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਅਵਸਥਾ ਸਾਨੂੰ ਕਿਉਂ ਨਹੀਂ ਪ੍ਰਾਪਤ ਹੁੰਦੀ? ਕਰਨੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਅਸੀਂ ਦੂਰ ਹੋਈ ਜਾਂਦੇ ਹਾਂ, ਗੁਰੂ ਨੂੰ ਉਪਦੇਸ਼ ਕਰਦੇ ਹਾਂ। ਗੁਰੂ ਦਾ ਉਪਦੇਸ਼ ਸੁਣਾਂਗੇ ਤਾਂ ਨੇੜੇ ਹੋ ਜਾਵਾਂਗੇ। ਉਹੀ ਭਗਤ ਕਬੀਰ ਜੀ ਸਮਝਾਉਂਦੇ ਨੇ, ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਭਾਈ ਛੱਡਦਾ ਨਹੀਂ, ਰਾਜੇ ਨੂੰ ਵੀ ਨਹੀਂ ਛੱਡਦਾ। ਧਰਮੰਤ ਹੋਵੇ ਕੋਈ, ਚਾਹੇ ਗਰੀਬ ਹੋਵੇ, ਨਹੀਂ ਛੱਡਦਾ, ਬਰਾਬਰੇ ਚਪੇੜ ਮਾਰਦਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਹੁਣ ਉਹਨਾਂ ਬਾਰੇ ਭਗਤ ਜੀ ਸਮਝਾਉਂਦੇ ਨੇ ਜਿਹੜੇ ਉਸਤਤ ਨਿੰਦਾ ਤੋਂ ਉੱਪਰ ਉੱਠ ਜਾਂਦੇ ਨੇ, ਉਸਤਤ ਕੁਦਰਤੀ ਕਰਦੇ ਨੇ, ਹੁਕਮ ਦਾ ਵਿਰੋਧ ਨਿੰਦਾ ਛੱਡ ਦਿੰਦੇ ਨੇ। ਉਹ ਕਹੇ ਜਿਹੇ ਹੁੰਦੇ ਨੇ? ਭਗਤ ਜੀ ਸਮਝਾਉਂਦੇ ਨੇ ਉਹਨਾਂ ਬਾਰੇ, ਉਹ ਸੰਸਾਰ 'ਚ ਕਿਵੇਂ ਰਹਿੰਦੇ ਨੇ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਰਾਰੀ ਰੇ। ਆਵੇ ਨ ਜਾਏ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਉਹ ਪਾਰ ਬ੍ਰਹਮ ਨਾਲ ਜੁੜ ਜਾਂਦੇ ਨੇ। ਉਹਨਾਂ ਦੀ ਆਤਮਾ ਪ੍ਰਾਤਮਾ ਨਾਲ ਜੁੜ ਜਾਂਦੀ ਆ। ਉਹ ਪ੍ਰਾਤਮਾ ਨਾਲ ਜੁੜਨ ਤੋਂ ਬਾਅਦ ਹੁਕਮ ਨਾਲ ਜੁੜ ਜਾਂਦੀ ਹੈ। ਉਹ ਹਰ ਕੇ ਸੇਵਕ ਨੇ ਭਾਈ। ਉਹ ਹਰ ਦਾ ਜਸ ਕਰਦੇ ਨੇ, ਅਸੀਂ ਆਪ ਦਾ ਜਸ ਕਰਾਉਂਦੇ ਹਾਂ। ਮਨ ਦਾ ਸੁਭਾਅ ਆ ਸੰਸਾਰ ਦੀ ਵਡਿਆਈ ਚਾਹੁੰਦਾ ਵਾ। ਉਹੀ ਤਾਂ ਕਾਲ ਹੈ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ ਚੌਪਈ ਸਾਹਿਬ ਦੇ, ਸਗਲ ਕਾਲ ਕਾ ਕੀਆ ਤਮਾਸਾ। ਇਹ ਤਾਂ ਕਾਲ ਦਾ ਤਮਾਸਾ ਵਾ, ਇਹ ਤੋਂ ਤਾਂ ਬਚਣਾ ਸੀ। ਨਹੀਂ, ਕਾਲ ਨੇ ਨਹੀਂ ਛੱਡਣਾ ਆਪਾਂ ਨੂੰ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂੰਡ ਮੈਂ ਲਾਗੇ। ਫਿਰ ਜਾਗਦੀ ਆ ਆਤਮਾ, ਫਿਰ ਕੀ ਫਾਇਦਾ ਭਾਈ? ਪਹਿਲਾਂ ਪਹਿਲਾਂ ਜਾਗਣਾ ਹੈ ਅਸੀਂ। ਗੁਰ ਸ਼ਬਦ ਦਾ ਗਿਆਨ ਸਾਨੂੰ ਜਗਾ ਦਿੰਦਾ ਵਾ। ਆਪਾਂ ਸਤਿਗੁਰਾਂ ਦੇ ਵਚਨ ਲੈ ਰਹੇ ਆਨੰਦ ਸਾਹਿਬ ਦੇ, ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਦੇਖੋ ਸਤਿਗੁਰ ਕੀ ਸਮਝਾਉਂਦੇ ਨੇ। ਗੁਰ ਕਿਰਪਾ ਉਹੀ ਤਾਂ ਆਪਾਂ ਲੈਣੀ ਹੈ, ਤਈਓ ਤਾਂ ਅਵਸਥਾ ਬਦਲੂਗੀ। ਆਪਣਾ ਇਹ ਗਿਆਨ ਤਾਂ ਆਪਾਂ ਲੈਣਾ। ਜਦੋਂ ਗੁਰ ਦਾ ਗਿਆਨ, ਸ਼ਬਦ ਦਾ ਗਿਆਨ ਹੋਊ, ਸਾਡੀ ਆਤਮਾ ਨੇ ਜਾਗ ਜਾਣਾ ਹੈ, ਸਾਡਾ ਅੰਮ੍ਰਿਤ ਵੇਲਾ ਹੋ ਜਾਣਾ। ਉਹ ਅੰਮ੍ਰਿਤ ਵੇਲੇ ਵਾਲੀ ਗੁਰਸਿੱਖ ਤਾਂ ਉਹਦਾ ਜਸ ਕਰਦੇ ਨੇ। ਆਹ ਅੰਮ੍ਰਿਤ ਵੇਲੇ ਦੀ ਗੱਲ ਨਹੀਂ ਹੈਗੀ, ਇਹਦਾ ਸੰਸਾਰੀ ਹੈ। ਇਹ ਤਾਂ ਬਹੁਤ ਐਸੀ ਜਗ੍ਹਾ ਹੈਗੀ ਜਿੱਥੇ ਰਾਤ ਵੀ ਰਹਿੰਦੀ ਹੈ ਕਾਫੀ ਟਾਈਮ। ਚਲੋ ਆਪਾਂ ਉਹ ਨਹੀਂ ਵਿਚਾਰਨਾ, ਆਪਾਂ ਗੁਰ ਸ਼ਬਦ ਦੇ ਗਿਆਨ ਨੂੰ ਵਿਚਾਰਨਾ ਵੀ ਸਾਡਾ ਅੰਮ੍ਰਿਤ ਵੇਲਾ ਕਿਵੇਂ ਹੋਵੇ। ਇਹ ਅੰਮ੍ਰਿਤ ਵੇਲਾ ਉਦੋਂ ਹੋਊਗਾ ਜਦੋਂ ਗੁਰ ਸ਼ਬਦ ਦਾ ਗਿਆਨ ਨਾਲ ਸਾਡੀ ਆਤਮਾ ਜਾਗ ਜਾਊਗੀ। ਜਦੋਂ ਜਾਗ ਗਈ, ਆਪਣੇ ਘਰ ਚਲੀ ਗਈ। ਜਾਗ ਕੇ ਭਗਤੀ ਹੋ ਕੇ ਸੁੱਤੇ ਭਗਤੀ ਕਰਦੇ ਹੁੰਦੇ ਨੇ। ਸੁੱਤੇ ਨੂੰ ਤਾਂ ਕਿਤੇ ਵੀ ਲੈ ਜਾਓ ਤਾਂ ਮਰਿਆ ਬਰਾਬਰ ਹੁੰਦਾ ਵਾ। ਬਾਣੀ ਵਿੱਚ ਜੀਵ ਨੂੰ ਸੁੱਤਾ ਮੰਨਿਆ ਗਿਆ ਵਾ। ਆਪਾਂ ਸਤਿਗੁਰਾਂ ਦੇ ਵਚਨ ਲੈ ਲਏ ਆਨੰਦ ਸਾਹਿਬ ਦੇ, ਤਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਿਹੜੇ ਜਾਗ ਗਏ ਉਹ ਤਾਂ ਅੰਮ੍ਰਿਤ ਬਾਣੀ, ਉਹ ਤਾਂ ਗੁਰੂ ਦੇ ਸ਼ਬਦ ਦਾ ਜਸ ਕਰਦੇ ਨੇ, ਉਸਤਤ ਕਰਦੇ ਨੇ ਭਾਈ। ਉਹਨਾਂ ਦੀ ਆਤਮਾ ਤਾਂ ਜਾਗ ਗਈ, ਉਹਨਾਂ ਦਾ ਅੰਮ੍ਰਿਤ ਵੇਲਾ ਤਾਂ ਹੋ ਗਿਆ। ਜਿਹੜਾ ਸੰਸਾਰ ਸੁੱਤਾ ਪਿਆ, ਕਹਿੰਦੇ ਸੀ ਗੁਰੂ ਵਾਲੇ ਵੀ ਬਣ ਗਏ, ਨਾਮ ਵੀ ਲੈ ਲਿਆ, ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲੈਂਦਾ ਹੈ ਸਰੀਰ ਕਰਕੇ। ਆਤਮ ਕਰਮ ਹਲੇ ਸ਼ੁਰੂ ਨਹੀਂ ਹੋਇਆ, ਸਰੀਰ ਕਰਕੇ ਪੂਰਨ ਮੰਨੀ ਬੈਠਾ ਆਪਾਂ ਨੂੰ। ਅੱਗੇ ਕੀ ਸਮਝਾਉਂਦੇ ਨੇ ਭਗਤ ਕਬੀਰ ਜੀ? ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਨਿਰਾਰੀ ਕਥਾ ਹੈ ਭਾਈ। ਜਿਹੜੇ ਹਰ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਕਾਲ ਛੂਹ ਨਹੀਂ ਸਕਦਾ। ਆਓ ਸਾਰੇ ਮਿਲ ਕੇ ਆਪਾਂ ਇਹ ਅਵਸਥਾ ਪ੍ਰਾਪਤ ਕਰੀਏ। ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ, ਆਏ ਨਾ ਜਾਵੇ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ ਭਗਤ ਜੀ? ਪੁੱਤਰ ਕਲਤਰ ਲਸਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਕਹਿਤ ਕਬੀਰ ਸੁਨੋ ਰੇ ਸੰਤੋ, ਮਿਲੇ ਸਾਰੰਗ ਪਾਣੀ ਰੇ। ਉਹ ਸੰਸਾਰੀ ਸੰਤਾਂ ਨੂੰ ਸਮਝਾਉਂਦੇ ਨੇ ਭਾਈ, ਜਿਹੜੇ ਭੇਖ ਨੂੰ ਆਪ ਦਾ ਰੂਪ ਮੰਨੀ ਬੈਠੇ ਨੇ। ਭੇਖ ਤਾਂ ਭਾਈ ਕੋਈ ਵੀ ਕਰ ਲੈਂਦਾ ਹੈ। ਮਨ ਸ਼ੈਤਾਨ ਹੈ, ਇਹਦੇ ਅੰਦਰ ਕਪਟ ਆ ਜਾਂਦੀ ਹੈ, ਬਾਹਰੋਂ ਭੇਖ ਧਾਰ ਲੈਂਦਾ ਹੈ, ਵੱਡਾ ਬਣਨਾ ਚਾਹੁੰਦਾ ਸੰਸਾਰ। ਪਿੱਛੇ ਆਪਾਂ ਵਿਚਾਰਿਆ ਹੀ ਹੈ, ਗੁਰ ਕੀ ਮਾਤੂ ਲੈ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਸਿਆਣਾ ਬਣ ਕੇ ਬਹਿ ਜਾਂਦਾ, ਅਸੀਂ ਕਮਲੇ ਹਾਂ ਜਾਂਦੇ ਹਾਂ। ਇਹੀ ਤਾਂ ਵਿਚਾਰਨਾ ਸੀ। ਗੁਰੂ ਨੂੰ ਛੱਡ ਕੇ ਕੀ ਕਰਾਂਗੇ ਫਿਰ ਅਸੀਂ? ਫਿਰ ਸਾਨੂੰ ਕਾਲ ਲੈ ਜਾਊਗਾ। ਅਸੀਂ ਗੁਰੂ ਨੂੰ ਛੱਡਤਾ, ਤਾਂਹੀਓ ਸਾਨੂੰ ਦੁੱਖਾਂ ਦਾ ਪਹਾੜ ਟੁੱਟ ਪੈਂਦਾ। ਇਹ ਐਵੇਂ ਟੁੱਟੂਗਾ ਦੁੱਖਾਂ ਦਾ ਪਹਾੜ ਜਦ ਤੱਕ ਅਸੀਂ ਗੁਰੂ ਨਾਲ ਟੁੱਟੇ ਰਹਾਂਗੇ। ਅਸੀਂ ਗੁਰੂ ਸ਼ਬਦ ਨਾਲ ਜੁੜਨਾ ਹੈ, ਸੰਸਾਰ ਪਾਰ ਕਰਨਾ ਵਾ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ। ਤਾਂ ਸਾਨੂੰ ਕਾਲ ਨੇ ਛੱਡਣਾ ਨਹੀਂ, ਕਿਸੇ ਨੂੰ ਨਹੀਂ ਛੱਡਦਾ। ਪਿੱਛੇ ਵਿਚਾਰੇ ਆਪਾਂ, ਰਾਜਾ ਪਰਜਾ ਸਮ ਕਰ ਮਾਰੇ, ਐਸੋ ਕਾਲ ਬਡਾਨੀ ਰੇ। ਇੱਥੇ ਭਗਤ ਜੀ ਉਹ ਸੰਸਾਰੀ ਧਰਮ ਦੇ ਲੋਕਾਂ ਨੂੰ ਸਮਝਾਉਂਦੇ ਨੇ,
ਕਹਿਤ ਕਬੀਰ ਸੁਨੋ ਰੇ ਸੰਤੋ ਮਿਲੇ ਸਾਰੰਗ ਪਾਣੀ ਰੇ। ਸਾਰੰਗ ਪਾਣੀ, ਸਾਰੰਗ ਬਵੀਹੇ ਮਨ ਨੂੰ, ਨਾਮ ਰੂਪੀ ਨਾਮ ਸਰੋਵਰ ਅੰਦਰ 10ਵੇਂ ਦਵਾਰ 'ਚ ਆਤਮ ਖੁਰਾਕ, ਆਤਮ ਗਿਆਨ ਉਹ ਅੰਦਰੋਂ ਮਿਲਣੀ ਹੈ ਭਾਈ। ਬਾਹਰੋਂ ਤਾਂ ਅਸੀਂ ਸੁਣਨਾ ਹੀ ਹੈ, ਬਾਹਰੋਂ ਗੁਰ ਸ਼ਬਦ ਦਾ ਗਿਆਨ ਲੈਣਾ ਹੈ, ਫਿਰ ਅਸੀਂ ਅੰਤਰਮੁਖੀ ਹੋ ਜਾਣਾ, ਤਰੀਬ ਦੁਨੀਆ ਨੂੰ ਚਲੇ ਜਾਣਾ। ਉਹੀ ਸਹਿਜ ਦੁਨੀਆ 10ਵਾਂ ਦਵਾਰ, ਉੱਥੇ ਜਾ ਕੇ ਸਾਡੀ ਭਗਤੀ ਸ਼ੁਰੂ ਹੋਣੀ ਹੈ। ਉਹੀ ਭਗਤ ਕਬੀਰ ਜੀ ਸਮਝਾਉਂਦੇ ਨੇ, ਕਹਿਤ ਕਬੀਰ ਸੁਨੋ ਰੇ ਸੰਤੋ ਮਿਲੇ ਸਾਰੰਗ ਪਾਣੀ ਰੇ। ਜਿਹੜੇ ਸਾਡੇ ਸੰਸਾਰੀ ਰਿਸ਼ਤੇ ਨੇ, ਪੁੱਤਰ ਕਲੱਤਰ ਲਸਮੀ ਮਾਇਆ ਇਹ ਤਜੋ ਜੀ ਜਾਨੀ ਰੇ। ਇਹ ਜਿੰਨੇ ਸੰਸਾਰੀ ਰਿਸ਼ਤੇ ਨੇ ਸੰਸਾਰ 'ਚ ਸਾਨੂੰ ਕੁਦਰਤ ਨਹੀਂ ਦਿੱਤੇ ਨੇ। ਇਹ ਜੀਵ ਪ੍ਰਾਹੁਣਾ ਵਾ ਸੰਸਾਰ ਦੇ ਵਿੱਚ ਆਇਆ, ਇਹਦਾ ਸਮਾਂ ਵਧੀਆ ਨਿਕਲ ਜਾਵੇ। ਇਹ ਸੰਸਾਰੀ ਸਫ਼ਰ ਖਾਤਰ ਸਾਨੂੰ ਰਿਸ਼ਤੇ ਦਿੱਤੇ ਨੇ, ਪਾਲਣਾ ਉਹੀ ਕਰਦਾ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਸਾਰਿਆਂ ਦੀ ਸੰਭਾਲ ਵੀ ਉਹੀ ਕਰਦਾ ਵਾ ਕਿ ਇਹਦਾ ਜੀਵ ਆਤਮਾ ਦਾ ਸਫ਼ਰ ਜਿਹੜਾ ਹੈ ਪੂਰਾ ਹੋ ਜਾਵੇ। ਪਰ ਅਸੀਂ ਇੱਥੇ ਆ ਕੇ ਉਹਨੂੰ ਭੁੱਲ ਗਏ, ਸੰਸਾਰ ਨਾਲ ਜੁੜ ਗਏ। ਉਹੀ ਭਗਤ ਕਬੀਰ ਜੀ ਨੇ ਆਪਾਂ ਨੇ ਸਲੋਕ ਸਮਝਾਇਆ, ਐਸੋ ਇਹ ਸੰਸਾਰ ਪੇਖ ਨਾ ਰਹਿ ਨਾ ਕੋ ਪਾਈਏ ਰੇ। ਇਹ ਜਿਹੜੀਆਂ ਪਿੱਛੇ ਭਗਤੀਆਂ ਆਪਾਂ ਦੇਖਦੇ ਆਏ ਹਾਂ, ਪ੍ਰਚਲਿਤ ਘਰ-ਬਾਰ ਛੱਡ ਕੇ ਚਲੇ ਜਾਂਦੇ ਨੇ। ਉਹੀ ਭਗਤ ਕਬੀਰ ਜੀ ਇਹ ਸਲੋਕ ਸਮਝਾ ਰਹੇ ਨੇ, ਪੁੱਤਰ ਕਲੱਤਰ ਲਸਮੀ ਮਾਇਆ ਇਹ ਤਜੋ ਜੀ ਜਾਨੀ ਰੇ। ਘਰ ਨਹੀਂ ਛੱਡ ਕੇ ਜਾਣਾ, ਇਹ ਕਿਵੇਂ ਛੱਡਣੇ ਨੇ ਮੋਹ ਜਾਲ, ਕਿਵੇਂ ਆਪਾਂ ਬਚਣਾ। ਪਿੱਛੇ ਵਿਚਾਰੇ ਸੀ ਆਪਾਂ, ਮਨ ਰੇ ਹਉਮੈ ਮੋਹ ਦੁਖ ਭਾਰੀ, ਜੋ ਭਵਜਲ ਜਗਤ ਨਾ ਜਾਈ ਤਰਨਾ। ਗੁਰਮੁਖ ਤਰ ਹਰ ਤਾਰੀ, ਹਰ ਦੀ ਕਥਾ ਹੈ ਭਾਈ। ਆਪਾਂ ਸਾਰਿਆਂ ਨੇ ਮਿਲ ਕੇ ਵਿਚਾਰਨੀ ਹੈ। ਜਿਹੜਾ ਇਹਨੂੰ ਸੁਣੂਗਾ ਉਹ ਅਮਰ ਹੋ ਜਾਊ, ਉਹਨੂੰ ਕਾਲ ਛੂਹ ਨਹੀਂ ਸਕਦਾ। ਉਹ ਤੋਂ ਬਾਅਦ ਸਾਨੂੰ ਨਾਮ ਦੀ ਪ੍ਰਾਪਤੀ ਹੋਣੀ ਹੈ, ਸੰਸਾਰ ਤੋਂ ਸਾਡਾ ਛੁਟਕਾਰਾ ਹੋਣਾ। ਆਓ ਸਾਰੇ ਮਿਲ ਕੇ ਸੰਸਾਰ 'ਚ ਆਉਣਾ ਸਾਡਾ ਆਪਾਂ ਸਫਲ ਹੋਵੇ। ਇਹ ਬਾਣੀ ਨੂੰ ਵਿਚਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।